ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਗੌੜੀ ਵੈਰਾਗਣੋ ਮਹੱਲਾ ਚੌਥਾ। ਜਿਸ ਮਿਲਿਐ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨ ਸਜਾਏ, ਹਰਿ ਪਰਮ ਪਦ ਲਹੀਐ। ਜਿਸ ਮਿਲਿਐ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨ ਸਜਾਏ, ਹਰਿ ਪਰਮ ਪਦ ਲਹੀਐ। ਮੇਰਾ ਸਤਿਗੁਰ ਪਿਆਰਾ ਕਿਤ ਬਿਧ ਮਿਲੈ, ਹਉ ਖਿਨ ਖਿਨ ਕਰੀ ਨਮਸਕਾਰ। ਮੇਰਾ ਗੁਰ ਪੂਰਾ ਕਿਉ ਮਿਲੈ, ਕਰ ਕਿਰਪਾ ਹਰਿ ਮਿਲਿਆ। ਮੇਰਾ ਸਤਿਗੁਰ ਪੂਰਾ, ਇਸ ਪੁਨੀ ਜਨ ਕੇਰੀਆਂ ਲੈ ਸਤਿਗੁਰ ਤੂਰਾ। ਹਰ ਭਗਤ ਦਰੜਾਵੈ, ਹਰ ਭਗਤ ਸੁਣੈ, ਤਿਸ ਸਤਿਗੁਰ ਮਿਲੀਐ। ਟੋਟਾ ਮੂਲ ਨਾ ਆਵਈ, ਹਰਿ ਲਾਭ ਨਿਤ ਦ੍ਰਿੜੀਐ। ਜਿਸ ਕੋ ਹਿਰਦੈ ਵਿਗਾਸ ਹੈ, ਭਾਉ ਦੂਜਾ ਨਾਹੀ। ਨਾਨਕ ਤਿਸ ਗੁਰ ਮਿਲ ਉਧਰੈ, ਹਰਿ ਗੁਣ ਗਾਵਹੀ। ਜਿਸ ਕੋ ਹਿਰਦੈ ਵਿਗਾਸ ਹੈ, ਭਾਉ ਦੂਜਾ ਨਾਹੀ। ਨਾਨਕ ਤਿਸ ਗੁਰ ਮਿਲ ਉਧਰੈ, ਹਰਿ ਗੁਣ ਗਾਵਹੀ। ਸ੍ਰੀ ਵਾਹਿਗੁਰੂ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ। ਤੂੰ ਮੇਰਾ ਪ੍ਰਾਣ, ਤੂੰ ਮੇਰਾ ਪ੍ਰੀਤਮ, ਤੁਮ ਸੰਗ ਹੀਤੋ। ਤੂੰ ਮੇਰੀ ਪਤ, ਤੂੰ ਹੈ ਮੇਰਾ ਗਹਿਣਾ।
ਤੁਜ ਬਿਨ ਨਿਮਖ ਨ ਜਾਈ ਰਹਿਣਾ। ਪੰਚਮ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਸਨਮੁਖ ਬੇਨਤੀ ਬਖਸ਼ਦੇ ਹੋਏ ਪਾਵਨ ਉਪਦੇਸ਼ ਦਿੰਦੇ ਨੇ। ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ, ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀ। ਹੇ ਮੇਰੇ ਪਰਵਰਦਗਾਰ ਮੇਰੇ ਸਮਰੱਥ ਸਤਿਗੁਰੂ, ਤੂੰ ਹੀ ਮੇਰਾ ਮਨ ਦਾ ਪਿਆਰਾ, ਤੂੰ ਹੀ ਮੇਰਾ ਬਾਣੀ ਦਾ ਮਿੱਤਰ, ਤਨ ਦਾ ਵੀ ਪ੍ਰੀਤਮ ਤੂੰ ਹੀ ਹੈ, ਕੋਈ ਦੂਜਾ ਨਹੀਂ। ਤੇਰੇ ਸਾਥ ਹੀ ਮੇਰਾ ਹਿਤ ਹੈ, ਪ੍ਰੇਮ ਹੈ। ਤੂੰ ਮੇਰੀ ਪਤ, ਤੂੰ ਹੈ ਮੇਰਾ ਗਹਿਣਾ। ਹੇ ਮੇਰੇ ਪਰਵਰਦਗਾਰ ਮੇਰੇ ਸਤਿਗੁਰੂ, ਤੂੰ ਹੀ ਮੇਰੀ ਇੱਜ਼ਤ ਹੈ, ਤੂੰ ਹੀ ਮੇਰਾ ਗਹਿਣਾ ਵਖਰ ਹੈ। ਤੁਝ ਬਿਨ ਨਿਮਖ ਨਾ ਜਾਈ ਰਹਿ। ਹੇ ਮੇਰੇ ਪਰਵਰਦਗਾਰ ਗੁਰੂ ਨਾਨਕ, ਤੇਰੇ ਤੋਂ ਬਿਨਾ ਨਿਮਖ ਮਾਤਰ ਵੀ ਰਿਹਾ ਨਹੀਂ ਜਾਂਦਾ, ਕਿਉਂਕਿ ਤੇਰੇ ਨਾਲ ਹੀ ਐਸਾ ਨੇਹੋ ਪ੍ਰੇਮ ਹੈ। ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ, ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨੋ। हे ਮਹਾਰਾਜ, ਤੂੰ ਮੇਰੇ ਲਡਾਵਣੇ ਵਾਲਾ ਹੈ, ਤੂੰ ਹੀ ਮੇਰੇ ਪ੍ਰਾਣ ਹੈ, ਤੂੰ ਹੀ ਮੇਰਾ ਸੱਚਾ ਸਾਹਿਬ ਹੈ। ਤੂੰ ਹੀ ਮੈਨੂੰ ਖਾਣ ਪਾਣ ਆਦਿਕ ਪਦਾਰਥ ਬਖਸ਼ਦਾ ਹੈ, ਦੇਣ ਵਾਲਾ ਤੂੰ ਦਾਤਾ ਹੈ। ਤੂੰ ਪਾਤਸ਼ਾਹ ਹੈ, ਜਗਤ ਦਾ ਸਿਰਜਣਹਾਰ ਤੂੰ ਦਾਤਾਰ ਹੈ। ਤੇਰੇ ਤੋਂ ਬਿਨਾ ਕੋਈ ਦਾਤਾ ਨਹੀਂ। ਜਿਉ ਤੁਮ ਰਾਖੋ ਤਿਵ ਹੀ ਰਹਿਣਾ, ਜੋ ਤੁਮ ਕਹੋ ਸੋਈ ਮੋਹਿ ਕਰਨਾ। ਹੇ ਮੇਰੇ ਪਰਵਰਦਗਾਰ ਮੇਰੇ ਗੁਰੂ ਨਾਨਕ, ਜਿਸ ਤਰ੍ਹਾਂ ਤੂੰ ਰੱਖੇ ਤਿਸੀ ਤਰ੍ਹਾਂ ਸਾਡਾ ਰਹਿਣਾ ਹੁੰਦਾ ਹੈ, ਕਿਉਂਕਿ ਤੇਰੇ ਹੁਕਮ ਦੇ ਵਿੱਚ ਬੱਧੇ ਹੋਏ ਹਾਂ। ਤੇਰਾ ਹੁਕਮ ਸਭਨਾਂ ਤੇ ਚੱਲਦਾ ਹੈ। ਤੂੰ ਜਗਤ ਦਾ ਸਿਰਜਣਹਾਰ ਦਾਤਾਰ ਹੈ। ਜਿਉ ਤੁਮ ਰਾਖੋ ਤਿਵ ਹੀ ਰਹਿਣਾ, ਜਿਵੇਂ ਤੂੰ ਰੱਖੇ ਉਸੇ ਤਰ੍ਹਾਂ ਹੀ ਸਾਡਾ ਰਹਿਣਾ ਹੈ। ਕਿ ਤੇਰੀ ਰਜਾ ਵਿੱਚ ਹਾਂ, ਤੂੰ ਮਾਲਕ ਹੈ ਦੀਨ ਦੁਨੀਆ ਦਾ। ਜੋ ਤੁਮ ਕਹੋ ਸੋਈ ਮੋਹਿ ਕਰਨਾ। ਹੇ ਮੇਰੇ ਪਰਵਰਦਗਾਰ ਮੇਰੇ ਸਮਰੱਥ ਸਤਿਗੁਰੂ, ਜੋ ਤੁਸੀਂ ਕਹੋ ਸੋਈ ਮੈਨੂੰ ਕਰਨਾ ਉਚਿਤ ਹੈ, ਕਿ ਮੇਰੇ ਗੁਰੂ ਦਾ ਉਪਦੇਸ਼ ਸੰਦੇਸ਼ ਹੈ। ਜੈ ਪੇਖੋ ਤਹ ਤੁਮ ਵਸਨਾ, ਨਿਰਭਉ ਨਾਮ ਜਪੋ ਤੇਰਾ ਰਸਨਾ। ਹੇ ਮੇਰੇ ਪਰਵਰਦਗਾਰ ਮੇਰੇ ਸਤਿਗੁਰੂ ਗਰੀਬ ਨਵਾਜ, ਜਿੱਥੇ ਵੀ ਦੇਖਦੇ ਹਾਂ ਤੱਕਦੇ ਹਾਂ, ਤਿਸੀ ਸਥਾਨ ਵਿੱਚ ਤੇਰਾ ਵਸਣਾ ਹੀ ਪ੍ਰਤੀਤ ਹੁੰਦਾ ਹੈ। ਕਿ ਤੂੰ ਆਪ ਬੈਠਾ ਹੈ, ਤੂੰ ਆਪ ਹੀ ਸੁੰਦਰ ਜਗਤ ਦੀ ਰਚਨਾ ਕੀਤੀ ਹੈ। ਸਰਬ ਸਥਾਨਾਂ ਦੇ ਵਿੱਚ ਤੂੰ ਵਿਆਪਕ ਹੈ। ਨਿਰਭੈਤਾ ਦੇ ਦੇਣ ਵਾਲਾ ਵੀ ਤੂੰ ਆਪ ਹੀ ਦਾਤਾ ਹੈ। ਜੋ ਤੇਰਾ ਨਾਮ
ਤੇਰੀ ਬੰਦਗੀ ਸੋ ਰਸਨਾ ਕਰਕੇ ਜਪਦੇ ਖਾਂ, ਤੇਰੇ ਗੁਣ ਗਾਉਂਦੇ ਖਾਂ, ਇਹ ਵੀ ਤੇਰੀ ਬਖਸ਼ਿਸ਼ ਕਿਰਪਾ ਹੈ। ਤੂੰ ਮੇਰੀ ਨਵਨਿਧ ਤੂੰ ਭੰਡਾਰ, ਰੰਗ ਰਸਾ ਤੂੰ ਮਨੇ ਆਧਾਰ। ਮੇਰੀ ਨਵਨਿਧ ਵੀ ਤੂੰ ਹੀ ਹੈ, ਸ਼ੁਭ ਗੁਣਾਂ ਦਾ ਵਿਭੂਤੀ ਦਾ ਭੰਡਾਰ ਵੀ ਇਹ ਮੇਰੇ ਗੁਰੂ ਨਾਨਕ ਤੂੰ ਹੀ ਹੈ। ਤੇਰੇ ਪ੍ਰੇਮ ਦੇ ਵਿੱਚ ਆਨੰਦਿਤ ਹੋਏ ਖਾਂ, ਇਹ ਤੇਰੀ ਬਖਸ਼ਿਸ਼ ਹੈ, ਰਹਿਮਤ ਹੈ। ਤੂੰ ਹੀ ਮੇਰੇ ਮਨ ਦਾ ਆਸਰਾ ਹੈ। ਤੂੰ ਮੇਰੀ ਸੋਭਾ ਤੁਮ ਸੰਗ ਰਚੀਆ, ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ। ਤੂੰ ਮੇਰੀ ਸੋਭਾ ਤੁਮ ਸੰਗ ਰਚੀਆ, ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ। ਤੂੰ ਹੀ ਮੇਰੀ ਸੋਭਾ ਹੈ ਮੇਰੇ ਪਰਵਰਦਗਾਰ, ਮੇਰੇ ਸਮਰੱਥ ਗੁਰੂ ਨਾਨਕ। ਔਰ ਮੈਂ ਤੁਹਾਡੇ ਸਾਥ ਹੀ ਰਚਨੇ ਵਾਲਾ ਹਾਂ। ਤੂੰ ਮੇਰੇ ਮਨ ਦੀ ਓਟ ਹੈ, ਤਨ ਦਾ ਵੀ ਆਸਰਾ ਤਕੀਆ, ਹੇ ਮੇਰੇ ਗੁਰੂ ਨਾਨਕ ਤੂੰ ਹੈ। ਮਨ ਤਨ ਅੰਤਰ ਤੂੰ ਹੀ ਤੇ ਆਇਆ, ਮਰਮ ਤੁਮਾਰਾ ਗੁਰ ਤੇ ਪਾਇਆ। ਮਨ ਤੇ ਤਨ ਦੇ ਵਿੱਚ ਤੈਨੂੰ ਯਾਦ ਕੀਤਾ, ਮਨ ਕਰਕੇ ਤਨ ਕਰਕੇ ਤੈਨੂੰ ਜਪਿਆ। ਤੇਰਾ ਧਿਆਨ ਕੀਤਾ ਕਿ ਮੇਰਾ ਮਾਲਕ ਸਰਬ ਵਿਆਪਕ ਹੈ, ਵੱਡਾ ਸਮਰੱਥ ਹੈ, ਆਪ ਜਗਤ ਦਾ ਸਿਰਜਣਹਾਰ ਹੈ। ਤੇਰਾ ਧਿਆਨ ਕੀਤਾ ਹੈ। ਇਹ ਤੇਰਾ ਗਿਆਨ ਇਹ ਗੁਰੂ ਤੋਂ ਪਾਇਆ ਹੈ, ਮਰਮ ਤੁਮਾਰਾ ਗੁਰ ਤੇ ਪਾਇਆ। ਇਹ ਬਖਸ਼ਿਸ਼ ਸਮਰੱਥ ਗੁਰੂ ਤੋਂ ਹੋਈ, ਤੇਰੀ ਪਹਿਚਾਣ ਆ ਗਈ। ਇਹ ਗੁਰੂ ਨੇ ਸੋਝੀ ਦਿੱਤੀ। ਸਤਿਗੁਰ ਤੇ ਦ੍ਰਿੜਿਆ ਇੱਕ ਏਕ, ਨਾਨਕ ਦਾਸ ਹਰ 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 ਟੇਕੈ। ਤੂੰ ਇੱਕ ਹੀ ਇੱਕ ਸਰਬ ਰੂਪ ਸਾਡੇ ਹਿਰਦੇ ਦੇ ਵਿੱਚ ਸਤਿਗੁਰੂ ਤੋਂ ਦ੍ਰਿੜ ਹੋਇਆ। ਕਿ ਮੇਰੇ ਵਾਹਿਗੁਰੂ ਮੁਝ ਦਾਸ ਤੂੰ ਮਨ ਬਾਣੀ ਕਰਕੇ ਤੇਰੇ ਘਰ ਘਰ ਨਾਮ ਦੀ ਟੇਕ, ਤੇਰੇ ਨਾਮ ਦਾ ਆਸਰਾ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਵਿਆਪਤ ਹਰਖ ਸੋਗ ਵਿਸਥਾਰ, ਵਿਆਪਤ ਸੁਰਗ ਨਰਕ ਅਵਤਾਰ। ਪੰਜਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮਾਇਆ ਦੀ ਵਿਆਪਕਤਾ ਦਿਖਾਉਂਦੇ ਹੋਏ ਪਾਵਨ ਉਪਦੇਸ਼ ਦਿੰਦੇ ਨੇ ਕਿ ਮਾਇਆ ਵਿਆਪਕ ਹੈ। ਜਿਸ ਮਾਇਆ ਨੇ ਤਿੰਨਾਂ ਲੋਕਾਂ ਨੂੰ ਮੋਹਿਆ ਹੈ। ਵਿਆਪਤ ਹਰਖ ਸੋਗ ਵਿਸਥਾ, ਕਹੀਂ ਆਨੰਦ ਹੋ ਕੇ ਕਹੀਂ ਸੋਗ ਦਾ ਵਿਸਤਾਰ ਰੂਪ ਹੋ ਕੇ ਇਹ ਮਾਇਆ ਵਿਆਪੀ ਹੈ। ਕਿਤੇ ਆਨੰਦ ਹੈ, ਕਿਤੇ ਸੋਗ ਹੈ, ਕਿਤੇ ਖੁਸ਼ੀ ਹੈ, ਕਿਤੇ ਗਮੀ ਹੈ, ਕਿਤੇ ਦੁੱਖ ਹੈ, ਕਿਤੇ ਸੁਖ ਹੈ। ਮਾਇਆ ਵਿਆਪੀ ਹੈ। ਸਵਰਗ ਤੇ ਨਰਕ ਨੂੰ ਪ੍ਰਾਪਤ ਹੋਣ ਰੂਪ ਕਰਕੇ ਵਿਆਪ ਰਹੀ, ਇਹ ਵੀ ਮਾਇਆ ਹੈ। ਵਿਆਪਤ ਸੁਰਗ ਨਰਕ ਅਵਤਾਰ, ਵਿਆਪਤ ਧਨ ਨਿਰਧਨ ਭੇਖ ਸੋਭਾ। ਮੂਲ ਵਿਆਦੀ ਵਿਆਪਸ ਲੋਭਾ। ਧਨ ਰੂਪੀ ਫਿਰ ਧਨਤਾ ਰੂਪ, ਸੋਭਾ ਰੂਪ ਵਿਆਪੀ ਹੋਈ ਵੀ ਦਿਖਾਈ ਦਿੰਦੀ ਹੈ ਮਾਇਆ।
ਸਾਰੇ ਰੋਗਾਂ ਦਾ ਕਾਰਨ ਮੂਲ ਔਗਣ ਰੂਪ ਲੋਭ ਹੋ ਕੇ ਵੀ ਮਾਇਆ ਵਿਆਪੀ। ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵਹਿ ਪ੍ਰਭ ਓਟ ਤੁਮਾਰੀ। ਪਾਤਸ਼ਾਹ ਫਰਮਾਉਂਦੇ ਨੇ, ਹੇ ਗੁਰੂ ਨਾਨਕ, ਬਹੁਤ ਪ੍ਰਕਾਰਾਂ ਕਰਕੇ ਮਾਇਆ ਵਿਆਪ ਰਹੀ, ਪਰੰਤੂ ਹੇ ਪ੍ਰਭੂ ਸੰਤ ਭਗਤ ਫਕੀਰ ਤੇਰੇ ਜਨ ਤੇਰੀ ਓਟ ਕਰਕੇ ਜਿਉਂਦੇ ਨੇ, ਮਾਇਆ ਤੋਂ ਬਚੇ ਨੇ। ਉਹਨਾਂ ਨੂੰ ਮਾਇਆ ਛਲ ਨਹੀਂ ਸਕੀ, ਮਾਇਆ ਕਰਕੇ ਬਚੇ। ਇਹ ਤੇਰੀ ਬਖਸ਼ਿਸ਼, ਤੇਰੀ ਰਹਿਮਤ ਹੈ। ਤੇਰੇ ਜਨ ਭਗਤਾਂ ਦੇ ਮਾਇਆ ਨੇੜੇ ਨਹੀਂ ਆਉਂਦੀ। ਪਾਤਸ਼ਾਹ ਗੁਰਦੇਵ ਦੇ ਬਚਨ ਵੀ ਨੇ, ਮਾਈ ਮਾਇਆ ਛਲ ਤਰੈਣ ਕੀ ਅਗਨ ਵੇਗ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ। ਕਿਉਂਕਿ ਬੰਦਗੀ ਤੋਂ ਬਿਨਾ ਇਹ ਹੜਦਾ ਚੱਲਦਾ, ਨਾਮ ਤੋਂ ਬਿਨਾ। ਰੱਬ ਦੇ ਜਨਾਂ ਨੇ ਬੰਦਗੀ ਕੀਤੀ, ਪ੍ਰਭੂ ਨਾਲ ਇੱਕ ਹੋ ਗਈ, ਮਾਇਆ ਨੇੜੇ ਨਹੀਂ ਆਈ। ਮਾਇਆ ਦਾਸੀ ਬਣ ਗਈ ਰੱਬ ਦੇ ਜਨਾਂ ਦੀ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਉਹ ਤਾਂ ਕਾਰ ਕਰਦੀ ਹੈ, ਹੱਥ ਜੋੜ ਕੇ ਖਲੋਤੀ ਹੈ ਰੱਬ ਦੇ ਜਨਾਂ ਅੱਗੇ, ਕੋਈ ਫੌਨਾ ਕਰਨ ਮੈਂ ਸੇਵਾ ਟਹਿਲ ਕਰਾਂ। ਵਿਆਪਤ ਅਹੰ ਬੁੱਧ ਕਾ ਮਾਤਾ, ਵਿਆਪਤ ਪੁੱਤਰ ਕਲਤਰ ਸੰਗ ਰਾਤਾ। ਹੰਕਾਰ ਬੁੱਧੀ ਦਾ ਮਾਤਾ ਹੋਇਆ ਜੋ ਜੀਵ ਹੰਕਾਰੀ ਗਰਭ ਦੇ ਵਿੱਚ, ਤਿਸ ਨੂੰ ਮਸਤੀ ਰੂਪ ਹੋ ਕੇ ਮਾਇਆ ਵਿਆਪੀ ਹੋਈ। ਜੋ ਪੁੱਤਰ ਇਸਤਰੀ ਸੰਗ ਰਾਤਾ ਬੜਾ ਨੇ, ਤੈਨੂੰ ਪ੍ਰੀਤੀ ਰੂਪ ਹੋ ਕੇ ਮਾਇਆ ਵਿਆਪੀ ਹੈ। ਵਿਆਪਤ ਹਸਤ ਘੋੜੇ ਆਦ ਵਸਤਾ, ਵਿਆਪਤ ਰੂਪ ਜੋਬਨ ਮਦ ਮਸਤਾ। ਹਾਥੀ ਘੋੜੇ ਪ੍ਰਤੱਖ ਕਾਗਜ਼ ਬੰਧਨੇ ਦਾ ਕੱਪੜਾ, ਵਸਤ ਰੂਪ ਹੋ ਕੇ ਔਰ ਰੂਪ ਜੋਬਨ ਮਦ ਰੂਪ ਹੋ ਕੇ ਵਿਆਪੀ ਹੈ ਕਿ ਮੈਂ ਬੜਾ ਸੁੰਦਰ ਜਵਾਨ ਹਾਂ। ਧਨ ਮਾਇਆ ਦਾ ਲੋਭ ਵਸਤਰਾਂ ਦਾ, ਜਿਸ ਕਰਕੇ ਜੀਵ ਮਸਤ ਰਹਿੰਦਾ। ਵਿਆਪਤ ਭੂਮ ਰੰਗ ਆਦ ਰੰਗਾ, ਵਿਆਪਤ ਗੀਤ ਨਾਦ ਸੋਹਣ ਸੰਗਾ। ਪਾਤਸ਼ਾਹ ਫਰਮਾਉਂਦੇ ਨੇ, ਪ੍ਰਿਥਵੀ ਅੰਗਾਲਤਾ ਰੰਗ ਸਵੇਤ ਆਦਿਕ ਰੂਪ ਹੋ ਕੇ ਵੀ ਮਾਇਆ ਵਿਆਪੀ। ਕੰਨਾਂ ਦੇ ਸੰਗ ਗੀਤ ਨਾਦ ਵਾਜੇ ਰੂਪ ਹੋ ਕੇ ਵਿਆਪੀ ਹੋਈ ਹੈ ਜੋ ਸੁਣਦੇ ਨੇ। ਵਿਆਪਤ ਸੇਜ ਮਹਿਲ ਸਿੰਗਾਰ, ਪੰਚ ਦੂਤ ਵਿਆਪਤ ਅੰਧਿਆਰ। ਸੇਜਾ ਪਰ ਮਹਿਲ ਸ਼ਿੰਗਾਰ ਰੂਪ ਹੋ ਕੇ ਵੀ ਵਿਆਪੀ ਹੈ ਮਾਇਆ। ਪੰਜ ਦੂਤ ਜੋ ਕਾਮਾਦੀ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਵਿਕਾਰਾਂ ਕਰਕੇ ਵੀ ਅਗਿਆਨ ਰੂਪ ਹੋ ਕੇ ਮਾਇਆ ਵਿਆਪ ਰਹੀ। ਵਿਆਪਤ ਕਰਮ ਕਰੈ ਹੋ ਵਾਸਾ, ਵਿਆਪਤ ਗ੍ਰਸਤ ਵਿਆਪਤ ਉਦਾਸਾ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ, ਕਰਮ ਕਰਕੇ ਹੰਕਾਰ ਫਾਹਾ ਰੂਪ ਹੋ ਕੇ ਵੀ ਮਾਇਆ ਵਿਆਪੀ, ਗ੍ਰਸਤ ਰੂਪ ਹੋ ਕੇ ਵੀ ਵਿਆਪ ਰਹੀ, ਤਿਆਗ ਰੂਪ ਹੋ ਕੇ ਵੀ ਵਿਆਪੀ ਹੋਈ। ਆਚਾਰ ਵਿਵਹਾਰ ਵਿਆਪਤ ਇਹ ਜਾਤ, ਸਭ ਕਿਛ ਵਿਆਪਤ ਬਿਨ ਹਰ ਰੰਗ ਰਾਤ। ਵਿਵਹਾਰਾਂ ਦੇ ਕਰਤੱਵ, ਜਾਤੀ ਅਭਿਮਾਨ ਰੂਪ ਹੋ ਕੇ ਵੀ ਵਿਆਪੀ ਹੈ ਮਾਇਆ। ਹਰੀ ਦੇ ਪ੍ਰੇਮ ਦੇ ਵਿੱਚ ਰਤੇ ਰਹਿਣਾ, ਜੁੜ ਜਾਣਾ ਉਸ ਦਾਤੇ ਪ੍ਰਭੂ ਦੀ ਯਾਦ ਵਿੱਚ।
ਜੋ ਪ੍ਰੇਮ ਵਿੱਚ ਰਤੇ ਬਿਨਾ ਮਾਇਆ ਕਰਕੇ ਸਭ ਕੁਝ ਅਵਿਸ਼ਟਤਾ ਹੋ ਰਿਹਾ, ਭਾਵੇਂ ਕਿ ਸਾਰੇ ਪਦਾਰਥ ਰੂਪ ਹੋ ਕੇ ਸੰਪੂਰਨ ਜੀਵਾਂ ਨੂੰ ਮਾਇਆ ਵਿਆਪੀ ਹੈ। ਜੋ ਪ੍ਰੇਮ ਦੇ ਵਿੱਚ ਰਤੇ ਨਹੀਂ ਉਹਨਾਂ ਨੂੰ ਨਹੀਂ ਵਿਆਪਦੀ, ਜੋ ਬਿਨਾ ਉਸ ਪਰਮੇਸ਼ਰ ਦੇ ਪ੍ਰੇਮ ਤੋਂ ਉਹਨਾਂ ਨੂੰ ਵਿਆਪੀ ਹੈ। ਸੰਤਨ ਕੇ ਬੰਧਨ ਕਾਟੇ ਹਰ ਰਾਏ, ਤਾਂ ਕੋ ਕਹਾਂ ਵਿਆਪੈ ਮਾਏ। ਪਾਤਸ਼ਾਹ ਫਰਮਾਉਂਦੇ ਨੇ, ਖਰੀ ਰਾਜਾ ਨੇ, ਪਰਿਪੂਰਨ ਪਰਮਾਤਮਾ ਨੇ, ਜਿਨ ਸੰਤ ਜਨਾਂ ਦੇ ਬੰਧਨ ਕੱਟ ਦਿੱਤੇ ਨੇ, ਤੇ ਇਹਨਾਂ ਨੂੰ ਮਾਇਆ ਕਿੱਥੇ ਵਿਆਪਦੀ ਹੈ? ਨਹੀਂ ਵਿਆਪਦੀ। ਕਹੋ ਨਾਨਕ ਜਿਨ ਧੂਰ ਸੰਤ ਪਾਈ, ਤਾਂ ਕੈ ਨਿਕਟ ਨ ਆਵੈ ਮਾਈ। ਗੁਰੂ ਅਰਜਨ ਦੇਵ ਮਹਾਰਾਜ ਪਾਵਨ ਉਪਦੇਸ਼ ਦਿੰਦੇ ਨੇ, ਭਾਈ ਐਸੇ ਸੰਤ ਜਨ ਫਕੀਰ ਮਹਾਤਮਾ ਜਿਨ੍ਹਾਂ ਦੀ ਚਰਨ ਧੂੜ ਜਿਨ੍ਹਾਂ ਨੇ ਪਾ ਲਈ, ਚਰਨ ਪਾਸੇ ਸਾਧੂ ਦੇ, ਤਿੰਨ ਪੁਰਸ਼ਾਂ ਦੇ ਵੀ ਮਾਇਆ ਸਮੀਪ ਨਹੀਂ ਆਉਂਦੀ। ਗੌੜੀ ਗੁਆਰੇਰੀ ਮਹਲਾ ਪੰਜਵਾਂ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਾਵਣ ਸੋਏ ਸੁਣ ਨਿੰਦ ਵਿਚਾਰ। ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਾਵਣ ਸੋਏ ਸੁਣ ਨਿੰਦ ਵਿਚਾਰ। ਪਾਤਸ਼ਾਹ ਫਰਮਾਉਂਦੇ ਨੇ, ਨੇਤਰਾਂ ਵਿੱਚ ਇਹੀ ਨੀਂਦ ਹੈ, ਇਹ ਸੋਵਣਾ ਹੈ। ਉਹ ਪਰ ਇਸਤਰੀ ਆਦਿਕਾਂ ਵਿੱਚ ਵਿਕਾਰ ਕਰਨੇ ਦੀ ਨਿਗਾਹ ਹੋਣੀ, ਨਿੰਦਾ ਦੇ ਵਾਕ ਵਿਚਾਰ ਸੁਣਨ ਵਿੱਚ ਪ੍ਰੇਮ ਕਰਕੇ ਸੁਣਨੇ, ਦੋਨੇ ਕੰਨ ਸੁੱਤੇ ਪਏ ਨੇ। ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਵਿਸਮਾਦ। ਰਸਨਾ ਮਿੱਠੇ ਸਵਾਦਾਂ ਦੇ ਲੋਭ ਕਰਕੇ ਸੁੱਤੀ ਪਈ ਹੈ, ਮਨ ਮਾਇਆ ਦੇ ਚਰਚਤਾ ਵਿੱਚ ਸੋਇਆ ਹੈ। ਇਸ ਗ੍ਰਹਿ ਮੈਂ ਕੋਈ ਜਾਗਤ ਰਖੈ, ਸਾਬਤ ਵਸਤ ਉਹ ਆਪਣੀ ਲੈ। ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਪਿਆਰਿਓ ਇਸ ਗ੍ਰਹਿ ਮੈਂ ਕੋਈ ਜਾਗਤ ਰਖੈ, ਸਾਬਤ ਵਸਤ ਉਹ ਆਪਣੀ ਲਖੈ। ਇਸ ਸਰੀਰ ਗ੍ਰਹਿ, ਇਹ ਸਰੀਰ ਤਨ ਆਪਣਾ ਘਰ ਵਿੱਚ ਕੋਈ ਨਿੰਦਰਾ ਤੋਂ ਜਾਗਦਾ ਰਹਿੰਦਾ ਹੈ, ਉਹ ਵਿਰਲਾ ਹੈ ਜੋ ਜਾਗਦਾ ਹੈ ਅਗਿਆਨ ਅਵਿਦਿਆ ਦੀ ਨੀਂਦ ਤੋਂ। ਉਹ ਪੁਰਸ਼ ਆਪਣੀ ਵਸਤੂ ਯਥਾਰਥ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਹੈ, ਜੋ ਜਾਗਦਾ ਹੈ। ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ, ਉਹ ਦਾਤਾਂ ਲੈਂਦੇ ਨੇ। ਜੋ ਅਗਿਆਨ ਅਵਿਦਿਆ ਦੇ ਵਿੱਚ ਸੁੱਤੇ ਪਏ ਨੇ, ਉਹ ਆਪਣਾ ਆਪ ਲੁਟਾ ਕੇ ਚਲੇ ਜਾਂਦੇ ਨੇ। ਗੁਣਾਂ ਨੂੰ ਸੰਭਾਲਦੇ ਨਹੀਂ, ਗੁਣ ਚਲੇ ਜਾਂਦੇ ਨੇ, ਔਗਣ ਆ ਜਾਂਦੇ ਨੇ। ਪਾਤਸ਼ਾਹ ਦੇ ਬਚਨ ਨੇ, ਲੋਕ ਅਵਗਣਾ ਕੀ ਬੰਨੈ ਗੰਠਲੀ, ਗੁਣ ਨਾ ਵਿਹਾਜੈ। ਸਗਲ ਸਹੇਲੀ ਆਪਨੈ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਸੰਪੂਰਨ ਸਖੀਆਂ ਇੰਦਰੀਆਂ ਆਪਣੇ ਆਪਣੇ ਰਸ ਵਿੱਚ ਮਸਤ ਹੋ ਰਹੀਆਂ ਨੇ। ਸਭਨਾਂ ਨੇ ਆਪਣਾ ਰਸ ਲਿਆ, ਨੇਤਰ ਨੇ ਇਹਨਾਂ ਨੂੰ ਦੇਖਣ ਦਾ ਰਸ ਹੈ। ਜਿਵੇਂ ਭਾਈ ਸਾਹਿਬ ਦੇ ਬਚਨ ਨੇ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ
ਤਮਾਸ਼ੇ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਖਾਸੇ। ਇਹ ਕੰਨ ਵੀ ਨਹੀਂ ਰੱਜਦੇ, ਨਿੰਦਿਆ ਸੁਣ ਕਰਨ। ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਸੁਗੰਧੀਆਂ ਲੈ ਕੇ ਨੱਕ ਵੀ ਨਹੀਂ ਰੱਜਿਆ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਬੜਾ ਚਿਰ ਰੰਕਾਲ ਵੀ ਜੀ ਲਵੇ ਪਰ ਰੱਜ ਨਹੀਂ ਆਇਆ। ਭਾਵੇਂ 100 ਵਛਰੀ ਆ ਜੀ, ਫਿਰ ਵੀ ਕਹਿੰਦਾ ਜੇ ਮਰਾਂ ਨਾ, ਰੱਜ ਨਹੀਂ ਆਇਆ। ਪੀਰ ਮਰੀਦਾ ਪਿਰਹੜੀ ਸੱਚੀ ਰਹਿ ਰਸੇ। ਪਾਤਸ਼ਾਹ ਫਰਮਾਉਂਦੇ ਨੇ ਰੱਜ ਨਹੀਂ ਆਇਆ। ਸਗਲ ਸਹੇਲੀ ਆਪਣਾ ਰਸ ਮਾਤੀ। ਸਭ ਇੰਦਰੀਆਂ ਆਪਣੇ ਆਪਣੇ ਰਸ ਵਿੱਚ ਮਸਤ ਹੁੰਦੀਆਂ। ਨੇਤਰ ਨੇ, ਨੱਕ, ਕੰਨ, ਨਾਸਕਾ ਆਪਣੇ ਆਪਣੇ ਰਸ ਵਿੱਚ ਮਸਤ ਨੇ। ਇੰਦਰੀ ਆਪਣੇ ਆਪਣੇ ਵਿਸ਼ੇ ਕਹਿੰਦੀ ਇਸ ਮਨੁੱਖ ਨੂੰ ਲੈ ਕੇ ਜਾਂਦੇ ਨੇ। ਆਪਣੇ ਅੰਤਸ਼ਕਰਣ ਦੀ ਖਬਰ ਨਹੀਂ ਜਾਣੀ, ਕਿਉਂਕਿ ਆਗਿਆਨ ਅਵਿਦਿਆ ਸੀ, ਸੋਝੀ ਨਹੀਂ ਸੀ। ਅੰਧੇਰੇ ਵਿੱਚ ਵਿਚਰਨ ਵਾਲਾ ਮਨੁੱਖ ਪ੍ਰਕਾਸ਼ ਚਾਨਣ ਨਹੀਂ ਦੇਖਦਾ। ਅੰਧੇਰੇ ਨਾਲ ਸੰਬੰਧ ਪੈ ਗਿਆ। ਅੰਧੇਰੇ ਨੂੰ ਹੀ ਉਹ ਚਾਨਣ ਸਮਝਣ ਲੱਗ ਜਾਂਦਾ ਹੈ ਕਿ ਮੇਰੇ ਮਨ ਵਿੱਚ ਸ਼ੁਭ ਗੁਣ ਰੂਪੀ ਧਨ ਲੁੱਟਿਆ ਜਾਂਦਾ। ਇਹ ਸੋਝੀ ਨਹੀਂ, ਖਬਰ ਹੀ ਨਹੀਂ ਲੁੱਟਦਾ ਕੌਣ ਹੈ। ਇਸ ਧਨ ਨੂੰ, ਜੋ ਅਮੋਲਕ ਧਨ, ਲੁੱਟਦਾ ਕੌਣ ਹੈ। ਪਾਤਸ਼ਾਹ ਫਰਮਾਉਂਦੇ ਨੇ ਮੂਸਨਹਾਰ ਪੰਚ ਬਟਵਾਰੇ। ਸੂਨੇ ਨਗਰ ਪਏ ਠੱਗ ਹਾਰੇ। ਮੁਸਨਹਾਰ ਪੰਜ ਬਟਵਾਰੇ। ਪੰਜ ਬਟਵਾਰੇ ਬੜੇ ਰਾਹਵਾਰ। ਇਹ ਠੱਗ ਬੜੇ ਸੂਰਵੀਰ ਯੋਧੇ ਆਖਿਆ ਹੈ ਸਤਿਗੁਰਾਂ ਦੀ ਬਾਣੀ ਵਿੱਚ। ਇਹਨਾਂ ਪੰਜਾਂ ਨੂੰ ਕੋਈ ਛੋਟੇ ਮੋਟੇ ਨਹੀਂ। ਜਿਨ ਮਿਲ ਮਾਰੇ ਪੰਜ ਸੂਰਵੀਰ ਐਸੋ ਕੌਣ ਬਲੀ ਰੇ। ਪਾਤਸ਼ਾਹ ਫਰਮਾਉਂਦੇ ਨੇ ਕੋਈ ਬਲੀ ਯੋਧਾ ਹੀ ਮਾਰੇਗਾ ਪੰਜਾਂ ਨੂੰ, ਦੂਜਾ ਨਹੀਂ ਮਾਰ ਸਕੇਗਾ। ਕਿਉਂਕਿ ਇਹ ਵੀ ਸੂਰਵੀਰ ਨੇ, ਉਸ ਦਾਤੇ ਪਰਮੇਸ਼ਰ ਦੇ ਲਾਏ ਹੋਏ। ਜੋ ਇਹਨਾਂ ਤੇ ਫਤਿਹ ਪਾ ਲਵੇ ਉਹ ਮੈਨੂੰ ਮਿਲੇਗਾ। ਬੜੇ ਧਾੜਵੀ ਨੇ ਪੰਜੇ ਵਕਾਰ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਬੜੇ ਧਾੜਵੀ। ਕਦਾਚਿਤ ਐਸੀ ਸ਼ੰਕਾ ਹੋ ਜਾਵੇ ਕਿ ਸਦ ਪ੍ਰਪੰਚ ਨੂੰ ਹੀ ਲੁੱਟ ਲੈਂਦੇ ਹੋਵਣਗੇ, ਕਿਸੇ ਨੂੰ ਛੱਡਦੇ ਨਹੀਂ। ਪਾਤਸ਼ਾਹ ਫਰਮਾਉਂਦੇ ਨੇ ਸੋਨੇ ਨਗਰ ਪਏ ਪਰੇ ਠੱਗ ਹਾਰੇ। ਪਰਮੇਸ਼ਰ ਦੇ ਧਿਆਨ ਸਿਮਰਨ ਤੋਂ ਬਿਨਾਂ ਜੋ ਖਾਲੀ ਅੰਤ ਹੈ ਕਰਨ। ਜਿਵੇਂ ਘਰ ਕੋਈ ਖਾਲੀ ਪਿਆ ਹੈ, ਜਿੰਦੇ ਤਾਲੇ ਲੱਗੇ ਨੇ, ਘਰ ਵਿੱਚ ਕੋਈ ਨਹੀਂ, ਫਿਰ ਚੋਰ ਆਉਂਦੇ ਨੇ ਲੁੱਟ ਕੇ ਲੈ ਜਾਂਦੇ ਨੇ, ਕੁਝ ਵੀ ਨਹੀਂ ਛੱਡਦੇ। ਜਿਵੇਂ ਇਹ ਤਨ ਸੁੰਦਰ ਪਰਮੇਸ਼ਰ ਨੇ ਬਖਸ਼ਿਆ, ਉਸ ਪਰਮੇਸ਼ਰ ਦੀ ਯਾਦ ਵਿੱਚ ਨਹੀਂ ਜੁੜਿਆ, ਉਸ ਦੇ ਨਾਮ ਨੂੰ ਨਹੀਂ ਜਪਦਾ। ਇਹ ਖਾਲੀ ਹੈ ਅੰਤਸ਼ਕਾ, ਸੁੰਨਾ ਹੈ। ਉਹ ਠੱਗਣ ਵਾਲੇ ਤੇ ਇਸ ਵਿੱਚ ਪੈ ਜਾਂਦੇ ਨੇ ਕਿ ਘਰ ਖਾਲੀ ਪਿਆ ਹੈ, ਲੁੱਟ ਲਵੋ। ਕੋਈ ਵਾੜ ਨਹੀਂ ਹੈ, ਜਿਸ ਖੇਤ ਵਿੱਚ ਵਾੜ ਹੀ ਨਹੀਂ ਉਹ ਖੇਤ ਲੁੱਟਿਆ ਜਾਂਦਾ ਹੈ। ਪਾਤਸ਼ਾਹ ਦੇ ਬਚਨ ਨੇ ਤਾਤੀ ਵਾਓ ਨਾ ਲਾਗਈ ਪਾਰ ਬ੍ਰਹਮ ਸਦਨਾਈ। ਚੌਗਿਰਦ ਖਮਾਰੈ ਰਾਮ ਕਾਦ ਦੁੱਖ ਲੱਗੇ ਨਾ ਪਾਏ। ਜੋ ਉਸ ਰਾਮ ਦੀ ਕਾਰ ਵਿੱਚ ਜਪਦਾ ਨਾਮ ਨੂੰ, ਨਿਤ ਦਾ ਨੇਮੀ ਹੈ ਟੇਕ ਗੁਰੂ ਨਾਨਕ ਦੀ। ਤੇ ਤੱਤੀ ਬਾਣੀ ਲੱਗਦੀ ਹੈ, ਧਾੜ ਵੀ ਕੁਝ ਕਰ ਨਹੀਂ ਸਕਦੇ। ਪਾਤਸ਼ਾਹ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਹਨਾਂ ਨੂੰ ਵਸ ਕਰਕੇ ਉਹਨਾਂ ਤੋਂ ਕਿਵੇਂ ਬਚੀਏ। ਬੜੇ ਧਾੜਵੀ ਨੇ ਪੰਜੇ ਵਕਾਰ, ਇਹਨਾਂ ਨੂੰ ਵਸ ਕਰਕੇ ਕਿਵੇਂ ਬਚਿਆ ਜਾਵੇ ਇਹਨਾਂ ਤੋਂ, ਇਹ ਪੰਜੇ ਵਕਾਰਾਂ ਤੋਂ।
ਪਾਤਸ਼ਾਹ ਫਰਮਾਉਂਦੇ ਨੇ, ਓਨ ਤੇ ਰਾਖੈ ਬਾਪ ਨਾ ਮਾਈ, ਓਨ ਤੇ ਰਾਖੈ ਮੀਤ ਨਾ ਪਾਈ। ਮਤ ਕੋਈ ਦਾਵੇ ਬੰਨੇ ਕਿ ਸਾਡਾ ਮਾਤਾ ਪਿਤਾ ਰੱਖ ਲਵੇਗਾ, ਇਹਨਾਂ ਧਾੜਵੀਆਂ ਤੋਂ, ਇਹਨਾਂ ਸੂਰਬੀਰਾਂ ਤੋਂ ਨਹੀਂ ਰੱਖ ਸਕਦਾ ਕੋਈ। ਉਨ ਤੇ ਰਾਖੈ ਬਾਪ ਨਾ ਮਾਈ, ਉਨ ਤੇ ਰਾਖੈ ਮੀਤ ਨਾ ਭਾਈ। ਉਹਨਾਂ ਤੋਂ ਕੋਈ ਮਿੱਤਰ ਤੇ ਭਾਈ ਵੀ ਬਚਾ ਨਹੀਂ ਸਕਦਾ। ਐਸੇ ਪੰਜ ਇਹ ਧਾੜਵੀ ਬੜੇ ਬਲ ਵਾਲੇ ਯੋਧੇ ਸੂਰਬੀਰ ਨੇ। ਦਰਬ ਸਿਆਣਪ ਨਾ ਹੋਏ ਰਹਤੇ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ। ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਗੁਰੂ ਨਾਨਕ ਇਹ ਪਾਵਨ ਉਪਦੇਸ਼ ਦਿੰਦੇ ਨੇ, ਪਿਆਰਿਓ, ਦਰਬ ਸਿਆਣਪ ਨਾ ਹੋਏ ਰਹਤੇ। ਧਨ ਬੜੀਆਂ ਸਿਆਣਪਾਂ ਤਰਾਈਆਂ ਕਰਕੇ ਵੀ ਉਹ ਰੁਕੇ ਨਹੀਂ ਰਹਿੰਦੇ ਕਿ ਵੱਡਾ ਧਨੀ ਹੋ ਗਿਆ, ਰਾਜਾ ਮਹਾਰਾਜਾ ਬਣ ਗਿਆ, ਬੜਾ ਸਿਆਣਾ ਚਤਰ ਵੀ, ਬੁੱਧੀਮਾਨ ਵੀ ਬੜਾ, ਪਰ ਉਹਦੇ ਰੋਕੇ ਵੀ ਰੁਕਦੇ ਨਹੀਂ। ਉਹ ਦੁੱਟ ਤਾਂ ਸੰਤਾਂ ਦੇ ਸੰਗ ਕਰਕੇ ਵਸ ਹੁੰਦੇ ਨੇ, ਰੱਬ ਦੇ ਜਨਾਂ ਦੀ ਸੰਗਤ ਕਰੀ। ਕਿਉਂਕਿ ਸਾਧ ਸੰਗ ਓਏ ਦੁਸ਼ਟ ਵਸ ਹੋਤੇ। ਇਹਨਾਂ ਨੂੰ ਦੁਸ਼ਟ ਕਿਉਂ ਆਖਿਆ ਪਾਤਸ਼ਾਹ ਨੇ? ਬੜੇ ਸੂਰਬੀਰ ਯੋਧੇ, ਪਰ ਸਤਿਗੁਰੂ ਇਹਨਾਂ ਨੂੰ ਦੁਸ਼ਟ ਕਹਿੰਦੇ ਨੇ। ਇਹ ਦੁਸ਼ਟ ਨੇ ਜੋ ਮਨੁੱਖ ਨੂੰ ਨਰਕ ਦਾ ਭਾਗੀ ਬਣਾ ਦਿੰਦੇ ਨੇ, ਜੋ ਮਨੁੱਖ ਨੂੰ ਜੂਨੀਆਂ ਵਿੱਚ ਪਾ ਦਿੰਦੇ ਨੇ, ਜੋ ਸਜ਼ਾਵਾਂ ਭੁਗਤਦਾ ਰੋਂਦਾ ਤੇ ਕਰਲਾਉਂਦਾ ਹੈ। ਇਹ ਪੰਜੇ ਵਕਾਰ ਐਸੇ ਨੇ ਜੋ ਮਨੁੱਖ ਨੂੰ ਅੰਗਾਲ ਕਰ ਦਿੰਦੇ ਨੇ, ਕੋਈ ਸ਼ੁਭ ਗੁਣ ਰਹਿਣ ਨਹੀਂ ਦਿੰਦੇ। ਐਸੇ ਪੰਜ ਵਕਾਰ ਵੱਲ ਵਾਲੇ ਨੇ। ਘਰ ਕਿਰਪਾ ਮੋਏ ਸਾਰੰਗ ਪਾਣ, ਸੰਤਨ ਧੂਰ ਸਰਬਨ ਦਾਨ। ਪਾਤਸ਼ਾਹ ਫਰਮਾਉਂਦੇ ਨੇ, ਜੇ ਤੂੰ ਬਚਣਾ ਚਾਹੁੰਦਾ ਹੈ ਇਹਨਾਂ ਪੰਜਾਂ ਵਕਾਰਾਂ ਤੋਂ, ਫਿਰ ਇਸ ਤਰ੍ਹਾਂ ਬੇਨਤੀ ਅਰਜ਼ੋਈ ਕਰ ਤਲੋਕੀ ਦੇ ਮਾਲਕ ਪ੍ਰਭੂ ਅੱਗੇ, ਸਤਿਗੁਰੂ ਗਰੀਬ ਨਵਾਜ ਅੱਗੇ। ਕਰ ਕਿਰਪਾ ਮੋਹੇ ਸਾਰੰਗ ਪਾਣ, ਹੇ ਮੇਰੇ ਪਰਵਰਦਗਾਰ, ਮੇਰੇ ਸਮਰੱਥ ਗੁਰੂ ਨਾਨਕ, ਕਿਰਪਾ ਕਰੋ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗਣਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤੀ। ਜਿਉਂ ਜਾਨੋ ਤਿਉ ਰਾਖ, ਹਰ ਪ੍ਰਭ ਤੇਰੇ। ਸਤਿਗੁਰੂ ਜਿਉਂ ਵੀ ਜਾਨੋ ਰੱਖ ਲਵੋ ਤੇਰੇ ਹਾਂ। ਤੇਰੇ ਚਰਨਾਂ ਦੀ ਟੇਕ ਹੈ, ਤੂੰ ਦੀਨ ਦੁਨੀਆ ਦਾ ਮਾਲਕ ਹੈ। ਇਹ ਕਿਰਪਾ ਕਰੋ ਆਪਣਿਆਂ ਜਨਾਂ, ਆਪਣਿਆਂ ਪਿਆਰਿਆਂ ਸੰਤਾਂ ਦੇ ਚਰਨਾਂ ਦੀ ਧੂੜੀ, ਜੋ ਸਰਬ ਨਿੱਧਾਂ ਦਾ ਘਰ ਹੈ, ਇਹ ਮੈਨੂੰ ਬਖਸ਼ ਦਿਓ। ਕਿਉਂਕਿ ਤੇਰੀ ਕਿਰਪਾ ਤੋਂ ਬਿਨਾਂ ਤੇਰੇ ਜਨਾਂ ਦੀ ਧੂੜੀ ਨਸੀਬ ਨਹੀਂ ਹੁੰਦੀ। ਕਿਉਂਕਿ ਰੱਬ ਦੇ ਜਨ ਦੇ ਚਰਨਾਂ ਦੀ ਧੂੜੀ ਵੱਡਾ ਫਲ, ਵੱਡਾ ਮਹੱਤਵ ਹੈ। ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ। ਸ਼ਰਧਾ ਨਾਲ ਮਸਤਕ ਤੇ ਧੂੜੀ ਲੱਗ ਜਾਵੇ ਰੱਬ ਦੇ ਜਨ ਦੀ, ਮਾੜੀਆਂ ਰਖਾਵਾਂ ਮਿਟ ਜਾਂਦੀਆਂ ਨੇ। ਕਿਉਂਕਿ ਰੱਬ ਦੇ ਪਿਆਰੇ ਨੇ, ਉਹਨਾਂ ਦੀ ਬਖਸ਼ੀਸ਼ ਹੀ ਐਸੀ। ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਜੋ ਸਤਿਗੁਰੂ ਦੇ ਸੰਗ ਮਿਲੇ ਨੇ, ਜਿਨ੍ਹਾਂ ਨੇ ਸੰਗ ਸਾਧੂ ਦਾ ਕੀਤਾ, ਸਮਰੱਥ ਗੁਰੂ ਦੀ ਸ਼ਰਨ ਲਈ,
ਤਿਨਾਂ ਦੀ ਸ਼ਰਧਾ ਪ੍ਰਾਣ ਰੂਪ ਪੂੰਜੀ ਸਾਬਤ ਰਹੀ ਸਫਲ ਹੋ। ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਜਾਗੈ ਪਾਰ ਬ੍ਰਹਮ ਕਹਿ ਰੰਗ। ਉਹ ਸਤ ਸੰਗੀ ਪੁਰਸ਼ ਸੰਗਤ ਵਿੱਚ ਆਵਣ ਵਾਲਾ, ਪਰਮੇਸ਼ਰ ਦੇ ਪ੍ਰੇਮ ਵਿੱਚ ਸਾਵਧਾਨ ਹੋਇਆ, ਜਾਗਿਆ। ਕਿਉਂਕਿ ਸੰਗਤ ਦਾ ਵੱਡਾ ਫਲ ਤੇ ਵੱਡਾ ਮੁਕਤ, ਜਿਨ੍ਹਾਂ ਨੇ ਸੰਗਤ ਕੀਤੀ ਉਹ ਤਰਿਆ। ਇਹ ਪੰਜੇ ਵਿਕਾਰ ਉਸ ਦੇ ਨੇੜੇ ਨਹੀਂ ਆਉਂਦੇ ਜੋ ਗੁਰੂ ਨਾਨਕ ਦਾ ਸਤਸੰਗੀ ਬਣ ਗਿਆ। ਜੋ ਲੜ ਲੱਗਿਆ ਗੁਰੂ ਨਾਨਕ ਦੇ ਜੰਮਣ ਮਰਨ ਦਾ, ਤਿੰਨ ਕੋ ਜੋ ਹਰ ਲੜ ਲਾਗੇ, ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਜੋ ਪ੍ਰਭੂ ਦੀ ਕੀਰਤੀ ਵਿੱਚ ਜਾਗੇ ਨੇ, ਜਗਤਰ ਅਵਸਥਾ ਵਿੱਚ ਨੇ, ਉਹ ਜਿਉਂਦੇ ਮੰਨੇ ਗਏ, ਪ੍ਰਵਾਨ ਹੋ ਗਏ। ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹੋ ਪੂੰਜੀ ਸਾਬਤ ਧਨ ਮਾਲੋ। ਦੂਜਾ ਪਾਤਸ਼ਾਹ ਫਰਮਾਉਂਦੇ ਨੇ, ਸੋ ਜਾਗੈ ਜਿਸ ਪ੍ਰਭ ਕਿਰਪਾਲ, ਜਿਨ੍ਹਾਂ ਪਰ ਪਰਿਪੂਰਨ ਪਰਮਾਤਮਾ ਮੇਰਾ ਵਾਹਿਗੁਰੂ ਦਇਆ ਕਰਨ ਵਾਲਾ, ਜਿਸ ਨੇ ਦਇਆ ਕੀਤੀ, ਮਿਹਰ ਕੀਤੀ, ਉਹ ਜਾਗਦਾ ਹੈ, ਜਗਤਰ ਅਵਸਥਾ ਵਿੱਚ ਹੈ। ਇਹ ਜੋ ਪੂੰਜੀ ਹੈ ਸੋ ਸਮੂਹ ਗੁਣਾ ਰੂਪੀ ਧਨ ਮਾਲ ਹੈ ਪੂੰਜੀ, ਸੋ ਸਾਬਤ ਰਹਿ ਗਈ। ਕਿਉਂਕਿ ਬਖਸ਼ਿਸ਼ਾਂ ਹੋਈਆਂ ਤਰਲੋਕੀ ਦੇ ਮਾਲਕ ਦੀਆਂ, ਉਹ ਪੂੰਜੀ ਸਾਬਤ ਤੇ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਜਾ ਕੈ ਵਸ ਖਾਨ ਸੁਲਤਾਨ, ਜਾ ਕੈ ਵਸ ਹੈ ਸਗਲ ਜਹਾਨ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ ਕਿ ਉਸ ਦਾਤੇ, ਉਸ ਪਰਵਰਦਗਾਰ ਦੇ ਵਸ ਵਿੱਚ ਸਾਰੇ ਨੇ, ਕਿ ਕੈਸਾ ਹੋ ਸ਼ਕਤੀਵਾਨ, ਕੈਸਾ ਹੋ ਮਾਲਕ, ਸਰਬ ਕਲਾ ਸਮਰੱਥ ਹੈ। ਜਾ ਕੈ ਵਸ ਖਾਨ ਸੁਲਤਾਨ, ਜਾ ਕੈ ਵਸ ਹੈ ਸਗਲ ਜਹਾਨ। ਜਿਸ ਪਰਿਪੂਰਨ ਪਰਮਾਤਮਾ ਦੇ ਅਧੀਨ ਸਰਦਾਰ ਤੇ ਪਾਤਸ਼ਾਹ ਨੇ, ਜਿਸ ਦੇ ਅਧੀਨ ਸੰਪੂਰਨ ਜਗਤ ਹੈ, ਜੋ ਜਗਤ ਵਿੱਚ ਵਰਤਾਰੇ ਵਰਤਦੇ ਨੇ, ਸਭ ਉਸ ਦਾਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਨੇ। ਕਿਉਂਕਿ ਉਸ ਤੋਂ ਬਿਨਾਂ ਕੋਈ ਕਰਨ ਵਾਲਾ ਨਹੀਂ। ਉਹ ਮਾਲਕ ਦੀਨ ਦੁਨੀਆ ਦਾ ਸਿਰਜਣਹਾਰ ਹੈ। ਜਾ ਕਾ ਕੀਆ ਸਭ ਕਿਛ ਹੋਏ, ਤਿਸ ਤੇ ਬਾਹਰ ਨਾਹੀ ਕੋਇ। ਜਿਸ ਦਾ ਕੀਤਾ ਹੋਇਆ ਸਭ ਕੁਝ ਹੁੰਦਾ ਹੈ, ਤਿਸ ਵਾਹਿਗੁਰੂ ਤੋਂ ਬਾਹਰ ਕੋਈ ਨਹੀਂ। ਕਿਉਂਕਿ ਮੇਰਾ ਵਾਹਿਗੁਰੂ ਕਰਨਹਾਰ ਹੈ। ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣ ਹੈ, ਜਲ ਥਲ ਮਹੀਲ ਸੋਏ। ਜਲਾਂ ਵਿੱਚ ਥਲਾਂ ਵਿੱਚ ਉਹ ਵਿਆਪਕ ਹੈ। ਉਹ ਚਾਹ ਕੇ ਰੰਕ ਨੂੰ ਪਾਤਸ਼ਾਹ, ਪਾਤਸ਼ਾਹ ਨੂੰ ਰੰਕ ਬਣਾ ਦਿੰਦਾ ਹੈ। ਉਹ ਐਸਾ ਮਾਲਕ ਹੈ। ਉਸ ਤੇ ਹੁਕਮ ਤੋਂ ਬਾਹਰ ਕੋਈ ਨਹੀਂ। ਜਿਸ ਦਾ ਕੀਤਾ ਹੋਇਆ ਸਭ ਕੁਝ ਹੁੰਦਾ ਹੈ। ਸੋਈ ਹੋਵੇ ਜੇ ਕਰਤੇ ਭਾਵੈ, ਹੋਣਾ ਵੀ ਹੋ। ਜੋ ਸੁਵਾਹੇ ਗੁਰੂ ਪਰਿਪੂਰਨ ਪਰਮਾਤਮਾ ਨੂੰ ਪਾਉਂਦਾ ਹੈ।
ਕਹੋ ਬੇਨੰਤੀ ਆਪਣੇ ਸਤਿਗੁਰ ਪਾਖੇ, ਕਾਜ ਤੁਮਾਰੇ ਦੀਨ ਵਾਹੇ। हे ਭਾਈ, ਆਪਣੇ ਸਤਿਗੁਰੂ ਦੇ ਪਾਸ ਬੇਨਤੀ ਕਰ, ਅਰਦਾਸ ਕਰ। ਤੇਰਾ ਗੁਰੂ ਸਮਰੱਥ ਹੈ, ਸੁਣਦਾ ਹੈ, ਦੇਖਦਾ ਹੈ। ਜੀ ਕੀ ਵੈਸਤਾ ਹੋਏ ਸੋ ਗੁਰ ਪਹਿ ਅਰਦਾਸ ਕਰ, ਗੁਰੂ ਅੱਗੇ ਅਰਦਾਸ ਕਰ। ਪਾਤਸ਼ਾਹ ਦੇ ਹੁਕਮ ਉਪਦੇਸ਼ ਹੈ। ਤੇਰੇ ਸੰਪੂਰਨ ਕੰਮਾਂ ਦਾ ਨਿਵਾਹ ਕਰ ਦੇਵੇਗਾ। ਜੇ ਤੂੰ ਜੋਦੜੀ ਬੇਨਤੀ ਕਰੇ ਉਸ ਦਾਤੇ ਮੇਰੇ ਪਰਵਰਦਗਾਰ ਅੱਗੇ, ਉਹ ਮਾਲਕ ਕੈਸਾ ਹੈ, ਜਗਤ ਦਾ ਸਿਰਜਣਹਾਰ ਦਾਤਾ। ਕਹੋ ਬੇਨੰਤੀ ਆਪਣੇ ਸਤਿਗੁਰ ਪਾਖੇ, ਗੁਰੂ ਅੱਗੇ ਬੇਨਤੀ ਕਰ। ਇਹ ਬਾਬਾ ਜੀ ਅੱਗੇ ਸੰਗਤ ਨੇ ਬੇਨਤੀ ਕਰਨੀ, ਮਹਾਂਪੁਰਸ਼ਾਂ ਨੇ ਅੱਗੋਂ ਕੀ ਕਹਿਣਾ ਭਾਈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜਗਤ ਗੁਰੂ ਪ੍ਰਤੱਖ ਬੈਠੇ ਨੇ, ਗੁਰੂ ਅੱਗੇ ਅਰਦਾਸ ਕਰੋ, ਸਤਿਗੁਰੂ ਭਲੀ ਕਰਨਗੇ। ਜੋ ਕਾਰਜ ਦਾਸ, ਕਿਉਂਕਿ ਗੁਰੂ ਸਮਰੱਥ ਹੈ। ਰੱਬ ਦੇ ਜਨ ਆਪ ਜੁੜੇ ਹੋਏ, ਉਹ ਜੋੜਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਕਿ ਆਪ ਜਗਤ ਗੁਰੂ ਨੇ। ਜੋ ਪਾਤਸ਼ਾਹ ਫਰਮਾਉਂਦੇ ਨੇ, ਕਹੋ ਬੇਨੰਤੀ ਆਪਣੇ ਸਤਿਗੁਰ ਪਾਖੇ, ਆਪਣਾ ਗੁਰੂ ਤੇ ਆਏ ਮਿਲ ਕੁਸਲ ਛੇਤੀ ਘਰ ਆਏ। ਆਪਣੇ ਗੁਰੂ ਨੂੰ ਧਿਆ, ਸਮਰੱਥ ਗੁਰੂ ਦੀ ਸ਼ਰਨ ਲੈ, ਗੁਰੂ ਤੋਂ ਬੇਮੁਖ ਨਾ ਹੋ। ਬੇਮੁਖ ਹੋ ਜਾਵੇਂਗਾ, ਜਨਮਾਂ ਦੀ ਰੇਟ ਪੈ ਜਾਵੇਗੀ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਫਿਰ ਜਨਮਾਂ ਦਾ ਵਿਜੋਗ ਹੈ, ਫਿਰ ਪਤਾ ਨਹੀਂ ਕਦੋਂ ਵਾਰੀ ਆਉਣੀ ਹੈ। ਕਾਜ ਤੁਮਾਰੇ ਦੇਨ ਵਾਕੇ, ਗੁਰੂ ਕੈਸਾ ਹੈ, ਉਹ ਕੈਸਾ ਮਾਲਕ। ਸੁਤੇ ਕਹਿੰਦਾ ਬੜੇ ਬਿਘਨ ਨੇ, ਇੰਜ ਤੋਂ ਇੰਜ ਨੇ। ਗੁਰੂ ਅੱਗੇ ਇੱਕ ਮਨ ਇੱਕ ਚਿੱਤ ਕਰਕੇ ਅਰਦਾਸ ਕਰ, ਸਾਰੇ ਕੰਮ ਸਮਰੱਥ ਗੁਰੂ ਸਵਾਰ ਦੇਵੇਗਾ। ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰੂ ਸੱਚ ਸਾਖੀ ਹੈ। ਸਤਿਗੁਰੂ ਸੱਚਾ ਪਾਤਸ਼ਾਹ ਹੈ। ਜੇ ਤੂੰ ਗੁਰੂ ਅੱਗੇ ਆਖੇ ਕਹੇ ਕਿ ਸਮਰੱਥ ਸਤਿਗੁਰੂ ਬਖਸ਼ਿਸ਼ ਕਰੋ, ਤੇਰਾ ਚੱਕਰ ਤੇਰੇ ਦਰ ਤੇ ਆਇਆ ਹੈ। ਇਹ ਕਾਰਜ ਵਿੱਚ ਆਪ ਸਫਲਤਾ ਬਖਸ਼ੋ। ਫਿਰ ਗੁਰੂ ਸਮਰੱਥ ਕੈਸਾ ਹੈ, ਉਹ ਰੱਖਦਾ ਹੈ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਜਿਸ ਸਮੇਂ ਕਰਤੇ ਨੂੰ ਅੱਗੇ ਖਿਲਾਰ ਲਿਆ, ਭਾਵ ਬੇਨਤੀ ਕੀਤੀ ਉਸ ਦਾਤੇ, ਉਸ ਪਰਵਰਦਗਾਰ ਜਗਤ ਦੀ ਸਿਰਜਣਹਾਰ ਅੱਗੇ, ਫਿਰ ਆਪ ਰੱਖੇਗਾ। ਕਿਉਂਕਿ ਉਸ ਦਾਤੇ ਅੱਗੇ ਅਰਦਾਸ ਕੀਤੀ ਵਿਅਰਥ ਨਹੀਂ ਜਾਂਦੀ। ਉਹ ਵੱਡਾ ਮਾਲਕ ਹੈ, ਗਰੀਬ ਨਵਾਜ ਹੈ। ਸਭ ਤੇ ਊਚ ਜਾ ਕਾ ਦਰਬਾਰ, ਸਗਲ ਭਗਤ ਜਾ ਕਾ ਨਾਮ ਆਧਾਰ। ਜਿਸ ਦਾ ਸਤ ਸੰਗ ਰੂਪੀ ਦਰਬਾਰ, ਕੈਸਾ ਦਰਬਾਰ ਗੁਰੂ ਨਾਨਕ ਦਾ, ਸਭ ਤੋਂ ਉੱਚਾ, ਸਭ ਤੋਂ ਵੱਡਾ ਹੈ। ਸੱਚਾ ਤਖਤ ਹੈ ਸੱਚੇ ਪਾਤਸ਼ਾਹ ਦਾ, ਉਹ ਸੱਚੀ ਬਖਸ਼ੀਸ਼ ਬਖਸ਼ਦਾ ਹੈ। ਸਭ ਤੇ ਊਚ ਜਾ ਕਾ ਦਰਬਾਰ, ਜਿਸ ਦਰਬਾਰ ਵਿੱਚ ਕੋਈ ਆ ਜਾਵੇ, ਕੋਈ ਪਾਪੀ ਆ ਜਾਵੇ, ਕੋਈ ਪੁੰਨੀ ਆ ਜਾਵੇ, ਕਿਸੇ ਨੂੰ ਰੋਕ ਨਹੀਂ ਹੈ। ਕੋਈ ਰਾਜਾ ਆ ਜਾਵੇ, ਕੋਈ ਮੰਗਤਾ ਆ ਜਾਵੇ, ਕਿਸੇ ਨੂੰ ਰੋਕ ਨਹੀਂ। ਭਗਤ ਕਬੀਰ ਜੀ ਮਹਾਰਾਜ ਜੋ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਹੋਏ ਨੇ, ਬਾਦਸ਼ਾਹ ਨੂੰ ਕਹਿ ਦਿੱਤਾ ਸੀ, ਇਹ ਬਾਦਸ਼ਾਹ
ਉਸ ਦਰ ਤੇ ਘਰ ਨੂੰ ਮੈਂ ਕਿਵੇਂ ਛੱਡ ਦੇਵਾਂ। ਕਬੀਰ ਜਿਹ ਦਰ ਆਵਤ ਜਾਤਿਓ ਖਟ ਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਕਿਵੇਂ ਛੱਡ ਦੇਵਾਂ ਜਿੱਥੇ ਕਿਸੇ ਨੂੰ ਕੋਈ ਰੋਗ ਥਾਮ ਹੀ ਨਹੀਂ। ਇਹ ਘਰ ਸਭਨਾਂ ਦਾ ਸਾਂਝਾ ਘਰ ਹੈ। ਉਸ ਮਾਲਕ ਦਾ, ਉਸ ਪ੍ਰਭੂ ਦਾ ਨਾਮ ਕੋਈ ਜਪ ਲਵੇ, ਉਹ ਤਰੇਗਾ। ਕੋਈ ਨੀਚ ਹੈ ਊਚ ਹੈ, ਉਹ ਤਰੇਗਾ। ਉਹ ਮਾਲਕ ਐਸਾ ਹੈ, ਕੋਈ ਕਿਸੇ ਜਾਤ ਦਾ ਵੀ ਹੈ। ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਤ ਤੇਰੇ ਅਖੁੱਟ ਭੰਡਾਰਾ। ਉਹ ਸਾਂਝਾ ਮਾਲਕ, ਸਾਂਝਾ ਸਾਹਿਬ, ਏਕ ਪਿਤਾ ਏਕ ਸਿੱਕੇ, ਹਮ ਬਾਲਕ ਇੱਕ ਦੇ ਹੀ ਬਾਲਕੇ। ਹਰ ਜੀ ਮਾਤਾ ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਹਰੀ ਦੇ ਬਾਲਕੇ। ਸਗਲ ਭਗਤ ਜਾ ਕਾ ਨਾਮ ਆਧਾਰ। ਇੱਕ ਦੋ ਭਗਤ ਨਹੀਂ ਆਖਿਆ ਸਤਿਗੁਰਾਂ ਨੇ, ਸੰਪੂਰਨ ਭਗਤ ਰਿਖੀ ਮੁਨੀ, ਸੰਤ ਮਹਾਤਮਾ ਭਗਤ, ਸਭਨਾਂ ਨੂੰ ਆਸਰਾ ਇੱਕ ਨਾਮ ਦਾ ਹੈ ਕਿ ਮੇਰੇ ਪਰਮੇਸ਼ਰ ਦਾ ਨਾਮ। ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆ ਕੋਈ ਅਲਾਖੇ। ਪਰ ਪਾਤਸ਼ਾਹ ਨੇ ਅਖੀਰਲੀਆਂ ਪੰਗਤੀਆਂ ਵਿੱਚ ਇਹ ਬਚਨ ਕਹੇ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਕੋਈ ਵੀ ਨਾਮ ਜਪ ਲਵੇ, ਪਰ ਜਿਨ੍ਹਾਂ ਨੇ ਹੁਕਮ ਦੀ ਪਹਿਚਾਣ ਕਰ ਲਈ, ਉਹਨਾਂ ਨੇ ਪ੍ਰਭੂ ਨੂੰ ਪਾ ਲਿਆ, ਜਾਣ ਲਿਆ। ਉਹਨਾਂ ਨੇ ਜਾਣਿਆ, ਉਹਨਾਂ ਨੇ ਪਾਇਆ ਹੈ, ਪ੍ਰਾਪਤੀ ਹੋ ਗਈ। ਸਰਬ ਵਿਆਪਤ ਪੂਰਨ ਧਨੀ, ਜਾ ਕੀ ਸੋਭਾ ਘਟ ਘਟ ਬਣੀ। ਪਾਤਸ਼ਾਹ ਗੁਰਦੇਵ ਫਰਮਾਉਂਦੇ ਨੇ, ਸਰਬ ਵਿਆਪਤ ਪੂਰਨ ਧਨੀ। ਜੋ ਪੂਰਨ ਧਨੀ, ਵੱਡਾ ਸ਼ਾਹੂਕਾਰ, ਵੱਡਾ ਜਗਤ ਦਾ ਮਾਲਕ। ਮਨੁੱਖ ਤਾਂ ਤੁਛ ਧਨ ਵਾਲਾ ਹੈ, ਤੁਛ ਪਦਾਰਥ ਨੇ। ਉਹ ਕੈਸਾ ਰਾਜਾ, ਕੋ ਖਰ ਸਮਾਨ ਨਹੀਂ ਰਾਜਾ। ਉਸ ਦਾਤੇ ਦੇ ਸਮਾਨ ਕੋਈ ਜਗਤ ਦਾ ਰਾਜਾ ਨਹੀਂ। ਵੱਡਾ ਧਨੀ ਹੈ ਉਹ ਮਾਲਕ, ਸਾਰਿਆਂ ਵਿੱਚ ਵਿਆਪਿਆ ਹੋਇਆ, ਇੱਕ ਵਿੱਚ ਨਹੀਂ ਬੈਠਾ ਉਹ। ਭਾਵੇਂ ਕੋਈ ਮਨਮੁਖ, ਭਾਵੇਂ ਕੋਈ ਗੁਰਮੁਖ, ਭਾਵੇਂ ਕੋਈ ਪਾਪੀ, ਭਾਵੇਂ ਕੋਈ ਪੁੰਨੀ, ਭਾਵੇਂ ਕੋਈ ਮੰਗਤਾ, ਭਾਵੇਂ ਕੋਈ ਰਾਜਾ। ਕੀੜੀ ਕੀਟੀ ਤੋਂ ਲੈ ਕੇ ਬ੍ਰਹਮਾ ਪਰਯੰਤ ਸਭਨਾਂ ਵਿੱਚ ਬੈਠਾ ਹੈ। ਜਰੇ ਜਰੇ ਦੇ ਵਿੱਚ ਹੀ ਉਹ ਰਮਿਆ ਹੋਇਆ। ਐਸਾ ਦਾਤਾ, ਐਸਾ ਮਾਲਕ, ਸਰਬ ਵਿਆਪਕ ਹੈ। ਸਰਬ ਵਿਆਪਤ ਪੂਰਨ ਧਨੀ, ਵੱਡਾ ਧਨੀ ਹੈ। ਜੋ ਉਸ ਨੂੰ ਜਪੇਗਾ, ਉਸ ਨੂੰ ਕਿਸੇ ਪਦਾਰਥ ਦੀ ਕਮਤਾ ਹੋਵੇਗੀ। ਜੋ ਉਸ ਦੀ ਯਾਦ ਵਿੱਚ ਜੁੜੇਗਾ, ਉਸ ਨੂੰ ਕੋਈ ਘਾਟਾ ਪਵੇਗਾ। ਜੋ ਟੇਕ ਉਸ ਧਨੀ, ਉਸ ਮਾਲਕ ਦੀ ਲਵੇਗਾ, ਜੋ ਜਗਤ ਦਾ ਸਿਰਜਣਹਾਰ, ਸਰਬ ਵਿਆਪਕ, ਵੱਡਾ ਧਨੀ ਹੈ। ਸਭ ਕੁਝ ਦੇਵਣ ਵਾਲਾ ਜੋ ਮਾਲਕ ਹੈ, ਫਿਰ ਉਸ ਨੂੰ ਕਿਸੇ ਦੀ ਪਰਵਾਹ ਨਹੀਂ ਜੋ ਜਪਦਾ ਹੈ। ਜਿਸ ਨੇ ਉਸ ਨੂੰ ਮਿੱਤਰ ਬਣਾ ਲਿਆ, ਤੇ ਕੋਈ ਪਦਾਰਥ ਦੀ ਕਮੀ ਹੈ। ਪਾਤਸ਼ਾਹ ਦੇ ਬਚਨ ਨੇ, ਜਾ ਕਾ ਮੀਤ ਸਾਜਨ ਹੈ ਸਮੀਆ, ਤਿਸ ਜਨ ਕੋ ਕਹੋ ਕਾਕੀ ਕਮੀ। ਫਿਰ ਕਾਹਦੀ ਕਮੀ ਹੈ? ਉਹ ਸੱਜਣ ਮਾਲਕ ਐਸਾ ਹੈ, ਐਸਾ ਦਾਤਾ ਜਿਸ ਦੇ ਬਲ ਉਹ ਆਪ ਹੈ, ਉਸ ਦਾ ਵਾਲ ਵੀ ਵਿੰਗਾ। ਜਾ ਤੂੰ ਮੇਰਾ ਬਲ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਰੱਬ ਦੇ ਜਨਾਂ ਨੇ ਕਿਉਂ
ਬੇਮੋਹਤਾਜ ਰਹਿੰਦੇ ਨੇ, ਬੇਪਰਵਾਹ ਰਹਿੰਦੇ ਨੇ। ਕਾਰਨ ਇਹ ਕਾਰਨ ਹੈ ਕਿ ਉਹਨਾਂ ਦੇ ਅੰਗ ਸੰਗ ਉਹ ਤਰਲੋਕੀ ਦਾ ਮਾਲਕ ਆਪ, ਜੋ ਜਗਤ ਦਾ ਸਿਰਜਣਹਾਰ ਦਾਤਾ ਹੈ। ਉਹ ਜਗਤ ਦੀ ਮੁਹਤਾਜਗੀ ਨਹੀਂ ਕਰਦੇ। ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੀ ਜਾ ਕੋ ਪਾਕ ਸੁਆਮੀ। ਕਿਉਂਕਿ ਪੱਕ ਕਰਨ ਵਾਲਾ ਸੁਆਮੀ ਗੁਰੂ ਨਾਨਕ ਸਦਾ ਅੰਗ ਸੰਗ ਹੈ। ਸੰਤ ਕੈ ਸੰਗ ਵਸੈ ਦਿਨ ਰਾਤ, ਦਿਨ ਤੇ ਰਾਤ ਵਸਦਾ ਹੈ ਆਪਣੀਆਂ ਜਨਾਂ ਭਗਤਾਂ ਤੇ ਸੰਤਾਂ ਦੇ ਨਾਲ। ਪਾਤਸ਼ਾਹ ਫਰਮਾਉਂਦੇ ਨੇ, ਜਾ ਕੀ ਸੋਭਾ ਘਟ ਘਟ ਬਣੀ, ਉਸ ਦਾਤੇ ਉਸ ਪਰਵਦਗਾਰ ਮੇਰੇ ਵਾਹੇ ਗੁਰੂ, ਗੁਰੂ ਨਾਨਕ ਦੀ ਸੋਭਾ ਘਟ ਘਟ ਵਿੱਚ ਬਣੀ ਹੈ। ਸਭ ਜਪਦੇ ਨੇ, ਕੋਈ ਕਿਸੇ ਨਾਮ ਨਾਲ ਜਪਦਾ ਹੈ, ਕੋਈ ਕਿਸੇ ਨਾਲ ਜਪਦਾ, ਪਰ ਰਸਤਾ ਸਭਨਾਂ ਦਾ ਇੱਕ ਹੀ ਹੈ। ਮਾਰਗ ਇੱਕ ਹੈ ਕਿ ਭਵ ਸਾਗਰ ਤੋਂ ਤਰਨਾ ਹੈ। ਇਹ ਬਾਬਾ ਜੀ ਦੇ ਪਾਸ ਕਈ ਮੱਤਾਂ ਦੇ ਆਈ, ਕੋਈ ਵਕੀਲ, ਕੋਈ ਜੱਜ ਆ, ਸਭਨਾਂ ਨੇ ਵਿਚਾਰਿਆ। ਮਹਾਂਪੁਰਸ਼ ਵੱਧ ਬੋਲਦੇ ਨਹੀਂ, ਇੱਕ ਹੀ ਵਚਨ ਪੁੱਛੋ, ਇਹ ਮਹਾਂਪੁਰਸ਼ੋ ਕਿਰਪਾ ਕਰੋ ਤਰਨਾ ਹੈ ਭਵ ਸਾਗਰ ਤੋਂ। ਕਿਉਂਕਿ ਮਨੋਰਥ ਸਭਨਾਂ ਦਾ ਇੱਕ ਹੀ ਹੈ, ਭਾਵੇਂ ਕੋਈ ਕਿਸੇ ਮਤ ਦਾ ਹੈ। ਬਾਬਾ ਜੀ ਨੇ ਕੀ ਬਖਸ਼ਿਸ਼ ਕੀਤੀ, ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਗੁਰਦੇਵ ਦੀ ਸ਼ਰਨ ਵਿੱਚ ਕਈਆਂ ਮੱਤਾਂ ਦੇ ਆਏ ਸੀ, ਉਹਨਾਂ ਦਾ ਬਚਨ ਹੀ ਤੁਹਾਨੂੰ ਦੱਸਦੇ। ਰੇ ਜਨ ਓਟ ਲੇਹੋ ਹਰ ਨਾਮਾ, ਇੱਕ ਨਾਮ ਦੀ ਓਟ, ਇੱਕ ਨਾਮ ਨੂੰ ਜਪੋ ਤਰ ਜਾਵੋਗੇ। ਕਲ ਕੇਵਲ ਨਾਮ ਉਹਦਾ, ਜੈਸ ਸਿਮਰਤ ਦੁਖ ਡੇਰਾ ਢਹੈ, ਜੈਸ ਸਿਮਰਤ ਜਮ ਕਿਛੂ ਨਾ ਕਹਿ। ਕੈਸਾ ਨਾਮ ਉਸ ਪਰਮੇਸ਼ਰ ਦਾ, ਦੁੱਖਾਂ ਦਾ ਡੇਰਾ ਕੈਸਾ, ਜਿੱਥੇ ਦੁੱਖ ਡੇਰਾ ਲਾ ਕੇ ਬਹਿ ਜਾਂਦੇ ਨੇ, ਕਿ ਘਰ ਦੇ ਵਿੱਚੋਂ ਦੁੱਖ ਨਹੀਂ ਜਾਂਦੇ। ਜਨਮ ਤੋਂ ਲੈ ਕੇ ਬੁਢੇਪੇ ਤੱਕ ਅਤ ਦਾ ਮਨੁੱਖ ਦੁਖੀ ਹੈ, ਬਰਲਾਪ ਕਰਦਾ ਰੋਂਦਾ ਹੈ ਕਿ ਮੇਰੇ ਘਰੋਂ ਦੁੱਖ ਨਹੀਂ ਗਏ। ਨਾਨਕ ਦੁਖੀਆ ਸਭ ਸੰਸਾਰ। ਪਰ ਦੁੱਖ ਦਾ ਕਾਰਨ, ਦੁੱਖ ਇੰਝ ਨਹੀਂ ਆਉਂਦੇ, ਕਿਉਂਕਿ ਉਸ ਦਾਤੇ, ਉਸ ਪਰਵਦਗਾਰ ਦਾ ਨਿਯਮ, ਇਹ ਮਰਿਆਦਾ ਹੈ। ਉਹ ਕਰਮ ਫਲ ਪ੍ਰਦਾਤਾ ਹੈ। ਕਰਮਾਂ ਦੇ ਜ਼ਰੀਏ ਮਨੁੱਖ ਨੂੰ ਦੁੱਖ ਅਥਵਾ ਸੁੱਖ ਦਿੰਦਾ, ਜੋ ਭੋਗਣੇ ਪੈਂਦੇ ਨੇ। ਪਰ ਉਸ ਮਾਲਕ ਦਾ ਦਰ ਕੈਸਾ ਹੈ, ਸੂਲੀ ਤੋਂ ਸੂਲ ਬਣ ਕੇ ਉਹ ਵੱਡਾ ਦੁੱਖ ਛੋਟਾ ਹੋ ਕੇ ਨਿਕਲ ਜਾਂਦਾ। ਜੇ ਗੁਰੂ ਦੀ ਸ਼ਰਨ ਲੈ ਲਵੇ, ਜਿੱਥੇ ਦੁੱਖਾਂ ਦਾ ਡੇਰਾ ਹੈ, ਉਹ ਡੇਰਾ ਵੀ ਭੰਨਿਆ ਜਾਂਦਾ ਹੈ। ਸਮਰੱਥ ਸਤਿਗੁਰੂ ਦੀ ਬਖਸ਼ਿਸ਼ ਐਸੀ। ਪਾਤਸ਼ਾਹ ਗੁਰਦੇਵ ਬਚਨ ਕਹਿੰਦੇ ਨੇ, ਜਿਸ ਸਿਮਰਤ ਦੁੱਖ ਡੇਰਾ ਢਖੈ, ਗੋਪਾਲਪੁਰ ਦਾ ਕੋੜੀ ਜਪਦਾ ਸੀ ਦਿਨ ਰਾਤ, ਰੋਂਦਾ ਸੀ, ਕਰਲਾਉਂਦਾ ਸੀ, ਅਰਾਧਦਾ ਸੀ ਜਗਤ ਦੇ ਮਾਲਕ ਨੂੰ, ਮੈਨੂੰ ਬਖਸ਼ ਲਵੋ, ਵੱਡੀਆਂ ਭੁੱਲਾਂ ਹੋਈਆਂ ਨੇ। ਕਿਉਂਕਿ ਉਹ ਦਾਤਾ ਬੜਾ ਦਿਆਲੂ ਹੈ। ਬਖਸ਼ਣਹਾਰ ਮਾਲਕ ਕੈਸਾ ਹੈ, ਆਪ ਚੱਲ ਕੇ ਆਇਆ, ਆਪ ਚੱਲ ਕੇ। ਜਗਤ ਦਾ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਆਪ ਚੱਲ ਕੇ ਆਏ। ਉਹ ਤਾਰਿਆ ਕੋੜੀ ਦੇ ਨਜ਼ਦੀਕ ਕੋਈ ਪਸ਼ੂ ਪੰਖੀ ਵੀ ਨਹੀਂ ਜਾਂਦਾ ਸੀ। ਕੈਸਾ ਮਾਲਕ, ਬਖਸ਼ਿਆ, ਤਾਰਿਆ, ਕੰਠ ਨਾਲ ਲਾਇਆ, ਕੋੜ ਨਿਵਿਲਤ ਕੀਤਾ। ਉੱਥੋਂ ਦੇ ਰਹਿਣ ਵਾਲੇ, ਸ਼ਹਿਰ ਵਾਲੇ, ਨਗਰ ਵਾਲੇ ਸਭ ਚਰਨਾਂ ਦੇ ਭੋਰੇ ਬਣੇ। ਸਭਨਾਂ ਨੇ ਫਿਰ ਭੁੱਲ ਵੀ ਬਖਸ਼ਾਈ। ਸਤਿਗੁਰਾਂ ਨੂੰ ਕਿਸੇ ਨੇ ਬੈਠਣ ਵੀ ਨਹੀਂ ਦਿੱਤਾ ਸੀ ਆਪਣੀ ਖਟ ਦੇ ਅੱਗੇ, ਕਿਉਂਕਿ ਉਹ ਮਾਲਕ ਕੈਸਾ ਦਿਆਲੂ ਤੇ ਕਿਰਪਾਲੂ ਹੈ। ਮਨੁੱਖ ਦੇ ਔਗਣ ਤੇ ਪਾਪ ਦੇਖਦਾ ਹੋਇਆ ਵੀ ਪਾਲਣਾ ਕਰਦਾ ਹੈ। ਐਸਾ ਦਿਆਲੂ ਹੈ। ਕਲਗੀਧਰ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ,
दीन दयाल दया निध दोख न देखत है पर देत ना खाद। ऐसा दयालु, ऐसा दया ਦਾ ਸਮੁੰਦਰ ਮਨੁੱਖ ਦੇ ਔਗਣ ਤੇ ਪਾਪ ਦੇਖਦਾ, ਇਹ ਬਖਸ਼ਣ ਯੋਗ ਨਹੀਂ। ਇਹ ਪਾਪੀ ਹੈ, ਦਿਨ ਰਾਤ ਇੰਜ ਕਰਦਾ ਹੈ, ਪਰ ਫਿਰ ਵੀ ਉਸ ਦੀ ਪਾਲਣਾ ਕਰ ਰਿਹਾ ਹੈ। ਐਸਾ ਦਇਆ ਦਾ ਸਮੁੰਦਰ ਮੇਰਾ ਵਾਹਿਗੁਰੂ ਹੈ। ਜੋ ਪਾਤਸ਼ਾਹ ਫਰਮਾਉਂਦੇ ਨੇ, ਜਿਸ ਸਿਮਰਤ ਦੁੱਖ ਡੇਰਾ ਟਕੈ, ਜਿਸ ਪਰਮੇਸ਼ਰ ਦੇ ਨਾਮ ਨੂੰ ਜਪਿਆ, ਵਾਹਿਗੁਰੂ ਦੀ ਬੰਦਗੀ ਕਰਿਆ, ਦੁੱਖਾਂ ਦਾ ਡੇਰਾ ਨਾਸ ਹੋ ਜਾਂਦਾ ਹੈ। ਜਿਸ ਸਿਮਰਤ ਜਮ ਕਿਛੂ ਨਾ ਕਖੈ, ਜਮ ਦਾ ਡਰ ਪਾਪੀ ਮਨੁੱਖ ਨੂੰ ਅਵਸ਼ ਹੁੰਦਾ ਹੈ। ਭਾਵੇਂ ਦੱਸੇ ਨਾ ਦੱਸੇ, ਦਿਨ ਰਾਤ ਉਹ ਚਿੰਤਾ ਤੁਰ ਹੁੰਦਾ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ, ਕਾਲਿਆਂ ਤੋਂ ਧੌਲੇ ਆ ਗਏ, ਮੇਰੀ ਹੁਣ ਵਾਰੀ ਆਉਣੀ ਹੈ। ਕਿਉਂਕਿ ਸਤਿਗੁਰੂ ਦੀ ਬਾਣੀ, ਤਿੰਨ ਕਾਲ ਸਤ ਹੈ ਅਸਤ ਨਹੀਂ, ਨਰਕ ਨੇ ਸਵਰਗ ਨੇ ਭਿੰਨ ਭਿੰਨ ਨਰਕ ਨੇ, ਜੈਸਾ ਕਰੂੰ ਵੈਸੀ ਸਜ਼ਾ ਹੈ। ਤੇ ਦਿਨ ਰਾਤ ਰੋਂਦਾ ਕੁਰਲਾਉਂਦਾ ਹੈ, ਚਿੰਤਾ ਤੁਰ ਹੁੰਦਾ ਕਿ ਜਮਾਂ ਦੇ ਵਸ ਪਵਾਂਗਾ, ਵੱਡੀਆਂ ਸਜ਼ਾਵਾਂ ਮਿਲਣਗੀਆਂ। ਪਰ ਪਾਤਸ਼ਾਹ ਇਹ ਵੀ ਵਚਨ ਬਖਸ਼ਦੇ ਨੇ, ਕੀ ਕਹਿੰਦੇ ਨੇ, ਭਾਈ ਤੂੰ ਡਰਦਾ ਹੈ, ਤੈਨੂੰ ਭੈ ਹੈ ਜਮਾਂ ਦਾ, ਜਿਸ ਸਿਮਰਤ ਜਮ ਕਿਛੂ ਨਾ ਕਹੈ, ਤੂੰ ਨਾਮ ਜਪਣ ਲੱਗ ਜਾ। ਬੰਦਗੀ ਵਿੱਚ ਜੋੜ, ਸੱਚੇ ਪਰਮੇਸ਼ਵਰ ਦੀ ਯਾਦ ਚਿੰਤਨ ਵਿੱਚ ਜੋੜ, ਇੱਕ ਵਾਹਿਗੁਰੂ ਨੂੰ ਸਿਮਰ। ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਇਹ ਪਿਆਰੇ ਇੱਕ ਦੀ ਯਾਦ ਵਿੱਚ ਜੋੜ, ਇੱਕ ਨੂੰ ਜਪ ਸਿਮਰ, ਟੇਕ ਇੱਕ ਦੀ ਰੱਖ, ਤਰ ਜਾਵੇਂਗਾ ਜਮ ਤੇਰੇ ਨੇੜੇ ਵੀ ਨਹੀਂ ਆਵੇਗਾ। ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹਨ ਤਰੇ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਭਾਈ ਜਿਸ ਪਰਮੇਸ਼ਰ ਦੇ ਨਾਮ ਨੂੰ ਜਪਿਆ, ਜਿਸ ਮੇਰੇ ਵਾਹਿਗੁਰੂ ਦੀ ਬੰਦਗੀ ਕਰਿਆ, ਸੁੱਕੇ ਹੋਏ ਖਰੇ ਹੋ ਜਾਂਦੇ ਨੇ। ਭਾਵ ਸ਼ੁਭ ਗੁਣਾ ਤੋਂ ਜੋ ਰਹਿਤ ਸੀ, ਔਗਣ ਖਾਰੇ ਪਾਪੀ, ਉਹ ਵੀ ਗੁਣਾ ਦੇ ਸੁਪੰਨ ਹੋ ਜਾਂਦੇ ਨੇ। ਇੱਕ ਨਾਮ ਦੇ ਇੱਕ ਬੰਦਗੀ ਕਰਿਆ, ਹਰੇ ਭਰੇ ਕੈਸੀਆਂ ਬਖਸ਼ਿਸ਼ਾਂ ਤਰਲੋਕੀ ਦੇ ਮਾਲਕ, ਔਗਣ ਖਾਰਿਆਂ ਵਿੱਚ ਵੀ ਗੁਣ ਬਖਸ਼ ਦਿੰਦਾ ਹੈ। ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹਨ ਤਰੇ। ਪਾਤਸ਼ਾਹ ਫਰਮਾਉਂਦੇ ਨੇ, ਜੇ ਨਾਮ ਦੇ ਜਪਿਆ, ਨਾਮ ਨੂੰ ਰਾਧਿਆਂ, ਪੱਥਰ ਡੁੱਬਦੇ ਤਰੇ ਨੇ। ਪੱਥਰ ਦਿਲ ਉਹ ਜਗਿਆਸੂ ਵੀ ਪਿੰਘਲ ਗਏ, ਉਹਨਾਂ ਤੇ ਵੀ ਬਖਸ਼ਿਸ਼ਾਂ ਕੀਤੀਆਂ। ਜੋ ਪੱਥਰ ਸਭ ਪਾਪਾਂ ਕਰਕੇ ਭਾਰੇ ਸੀ, ਜੜ ਸੀ ਕਿ ਤਰ ਨਹੀਂ ਸਕਦੇ। ਸੱਜਣ ਠੱਗ ਵਰਗੇ ਜਿਨ੍ਹਾਂ ਨੇ ਅਨੇਕਾਂ ਨੂੰ ਮਾਰਿਆ, ਲੁੱਟਿਆ ਸੀ, ਪਰ ਸਤਿਗੁਰੂ ਜਗਤ ਦੇ ਮਾਲਕ ਨੇ ਤਾਰਿਆ, ਨਾਮ ਨਾਲ ਜੋੜਿਆ। ਉਹ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਉਹ ਕੈਸਾ ਮਾਲਕ ਹੈ, ਉਸ ਮਾਲਕ ਨੇ ਤਾਰੇ ਨੇ, ਕਿਉਂਕਿ ਜੋ ਉਸ ਦੇ ਨਾਮ ਨੂੰ ਜਪਦਾ ਉਹ ਤਰਦਾ ਹੈ। ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਨ ਆਧਾਰ। ਇਹਨੂੰ ਸੰਤ ਜਨਾਂ ਦੇ ਪ੍ਰਾਣਾਂ ਦਾ ਆਸਰਾ ਮੇਰੇ ਵਾਹਿਗੁਰੂ ਦਾ ਨਾਮ ਹੈ। ਐਸੀ ਸੰਤ ਸਭਾ ਨੂੰ ਸਦਾ ਨਮਸਕਾਰ ਡੰਡੌਤ ਹੈ। ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਕੋ ਨਾਮ ਨਿਵਾਸ। ਪਾਤਸ਼ਾਹ ਫਰਮਾਉਂਦੇ ਨੇ, ਜਬ ਸੰਤਾਂ ਨੇ, ਰੱਬ ਦੇ ਜਨਾਂ ਨੇ ਮੇਰੀ ਬੇਨਤੀ ਸੁਣੀ, ਤਬ ਤਿੰਨ ਸੰਤਾਂ ਨੇ ਕਿਰਪਾ ਕਰਕੇ ਕੀ ਬਖਸ਼ਿਸ਼ ਕੀਤੀ? ਨਾਮ ਦੀ ਦਾਤ ਝੋਲੀ ਵਿੱਚ ਪਾ ਦਿੱਤੀ। ਨਾਮ ਮਿਲਿਆ ਤਾਂ ਲੋਕੀ ਦੇ ਮਾਲਕ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਮਿਲੀਆਂ।
ਭਵ ਸਾਗਰ ਤੋਂ ਪਾਰੇ ਉਤਾਰਾ ਹੋਈਏ। ਸਤਿਗੁਰੂ ਦੇ ਅਵਦੇਸ਼ ਤੇ ਚਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ ਸਤਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਕੇ ਅਚੁੱਤ